ਦੇਖੋ ਜੀ, ਗੁੱਡ ਮਾਰਨਿੰਗ ਟੂ ਆਲ। ਅੱਜ ਆਪਾਂ ਈਟੀਟੀ ਕੈਡਰ ਲਈ ਜੋ ਫਿਜ਼ਿਕਸ ਜਿਸ ਕਿਤਾਬ ਤੋਂ ਪ੍ਰੀਵੀਅਸ 2364 ਅਤੇ 6635 ਪੇਪਰ ਆਇਆ, ਉਸ ਕਿਤਾਬ ਦੇ ਆਪਾਂ ਕੁਐਸਚਨ ਸੋਲਵ ਕਰਨ ਜਾ ਰਹੇ ਹਾਂ। ਇਸ ਕਰਕੇ ਕੁਐਸਚਨ ਬਹੁਤ ਇੰਪੋਰਟੈਂਟ ਨੇ। ਮੈਂ ਕੋਸ਼ਿਸ਼ ਕਰਾਂਗਾ ਇਹਨਾਂ ਨੂੰ ਛੋਟੀ ਐਕਸਪਲੇਨੇਸ਼ਨ ਦੇ ਕੇ ਤੁਹਾਨੂੰ ਈਜ਼ਲੀ ਸਮਝਾ ਦੇਵਾਂ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ। ਇਹ ਉਹ ਬੱਚੇ ਵੇਖ ਸਕਦੇ ਨੇ ਜੋ ਈਟੀਟੀ ਕੈਡਰ ਦੀ ਤਿਆਰੀ ਕਰ ਰਹੇ ਨੇ ਅਤੇ ਜੋ 10th ਕਲਾਸ ਦਾ ਪੇਪਰ ਦੇਣ ਵਾਲੇ ਨੇ CBSE ਵਾਲੇ। ਠੀਕ ਹੈ ਜੀ। The work done in moving a unit charge across 2 points in an electric circuit is a measure of। ਦੇਖੋ ਕੀ ਕਹਿਣਾ ਚਾਹੁੰਦੇ ਨੇ। ਉਹ ਕਹਿੰਦੇ ਅਗਰ ਮੰਨ ਲਓ 2 ਪੁਆਇੰਟਸ ਨੇ, ਇਹਨਾਂ ਦੇ ਵਿਚਕਾਰ ਅਗਰ ਆਪਾਂ ਇੱਕ ਚਾਰਜ ਨੂੰ ਚੱਕ ਕੇ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ 'ਤੇ ਲੈ ਕੇ ਜਾਣਾ ਹੈ ਤਾਂ ਉਹਦੇ ਦੌਰਾਨ ਜਿਹੜਾ ਵਰਕ ਡਨ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ। ਅਤੇ ਇੱਕ ਫਾਰਮੂਲਾ ਹੈ ਫਿਜ਼ਿਕਸ 'ਚ, ਉਹ ਕਹਿੰਦਾ ਹੈ V = W/Q। ਇਹਦਾ ਮਤਲਬ ਕੀ ਹੈ, ਵਰਕ ਡਨ ਪਰ ਯੂਨਿਟ ਚਾਰਜ ਇਜ਼ ਪੋਟੈਂਸ਼ੀਅਲ ਡਿਫਰੈਂਸ। ਕਿ ਜਿੰਨਾ ਤੁਸੀਂ ਕੰਮ ਕਰੋਗੇ ਕਿਸੇ ਚਾਰਜ ਨੂੰ ਮੂਵ ਕਰਨ 'ਤੇ ਇੱਕ ਥਾਂ ਤੋਂ ਦੂਜੀ ਥਾਂ 'ਤੇ, ਤਾਂ ਇੱਕ ਕੁਲਮ ਚਾਰਜ ਵਾਸਤੇ ਜਿੰਨਾ ਵਰਕ ਕਰੋਗੇ ਉਹਨੂੰ ਆਪਾਂ ਕੀ ਕਹਾਂਗੇ, ਪੋਟੈਂਸ਼ੀਅਲ ਡਿਫਰੈਂਸ। ਕੀ ਕਹਾਂਗੇ, ਪੋਟੈਂਸ਼ੀਅਲ ਡਿਫਰੈਂਸ। ਤਾਂ ਵਰਕ ਡਨ ਇਨ ਮੂਵਿੰਗ ਅ ਯੂਨਿਟ ਚਾਰਜ ਅਕਰੋਸ 2 ਪੁਆਇੰਟਸ ਇਨ ਅ ਇਲੈਕਟ੍ਰਿਕ ਸਰਕਿਟ ਇਜ਼ ਪੋਟੈਂਸ਼ੀਅਲ ਡਿਫਰੈਂਸ। ਠੀਕ ਹੈ, ਵਰਕ ਡਨ ਪਰ ਯੂਨਿਟ ਚਾਰਜ ਇਜ਼ ਕਾਲਡ ਪੋਟੈਂਸ਼ੀਅਲ ਡਿਫਰੈਂਸ, ਜਿਹਨੂੰ ਆਪਾਂ ਬੈਟਰੀ ਕਹਿੰਦੇ ਹਾਂ। ਠੀਕ ਹੈ ਜੀ, ਅਗਲੀ ਗੱਲ ਕਰਦੇ ਹਾਂ। ਅਗਲਾ ਦ ਡਿਵਾਈਸ ਯੂਜ ਫॉर ਮੇਜਰਿੰਗ ਪੋਟੈਂਸ਼ੀਅਲ ਡਿਫਰੈਂਸ। ਦੇਖੋ ਅਗਰ ਆਪਾਂ ਗੱਲ ਕਰੀਏ ਪੋਟੈਂਸ਼ੀਅਲ ਡਿਫਰੈਂਸ, ਮੈਂ ਤੁਹਾਨੂੰ ਹੁਣੇ ਦੱਸਿਆ ਬੈਟਰੀ ਨੂੰ ਪੋਟੈਂਸ਼ੀਅਲ ਡਿਫਰੈਂਸ ਕਹਿੰਦੇ ਆ। ਤਾਂ ਬੈਟਰੀ ਵਿੱਚ ਕਿੰਨਾ ਪੋਟੈਂਸ਼ੀਅਲ ਡਿਫਰੈਂਸ ਹੈ। ਅਗਰ ਆਪਣੇ ਕੋਲ ਕੋਈ ਘਰੇ ਬੈਟਰੀ ਪਈ ਹੈ, ਉਹਦੇ 2 ਟਰਮੀਨਲ ਹੁੰਦੇ ਨੇ, ਇੱਕ ਪੋਜ਼ੀਟਿਵ ਅਤੇ ਇੱਕ ਨੈਗੇਟਿਵ। ਅਗਰ ਆਪਾਂ ਚੈੱਕ ਕਰਨਾ ਇਹਦੇ 'ਚ ਕਿੰਨਾ ਪੋਟੈਂਸ਼ੀਅਲ ਡਿਫਰੈਂਸ ਹੈ, ਤਾਂ ਇਹਦੇ ਆਪਾਂ ਅਕਰੋਸ ਇੱਕ ਵੋਲਟ ਮੀਟਰ ਲਾ ਦਿੰਦੇ ਹੁੰਦੇ ਹਾਂ। ਕੀ ਲਾਉਂਦੇ ਹਾਂ, ਵੋਲਟ ਮੀਟਰ। ਤਾਂ ਡਿਵਾਈਸ ਯੂਜ਼ਡ ਫॉर ਮੈਜਰਿੰਗ ਪੋਟੈਂਸ਼ੀਅਲ ਡਿਫਰੈਂਸ ਇਜ਼ ਨੋਨ ਐਜ਼ ਵੋਲਟ ਮੀਟਰ। ਇਹਨੂੰ ਕੀ ਕਹਿੰਦੇ ਆਪਾਂ, ਵੋਲਟ ਮੀਟਰ ਕਹਿੰਦੇ ਹਾਂ। ਠੀਕ ਹੈ ਜੀ। ਹਾਂ, ਕਰੰਟ ਮਾਪਣ ਵਾਸਤੇ ਕੀ ਯੂਜ਼ ਕਰਦੇ ਆਪਾਂ, ਐਮੀਟਰ। ਠੀਕ ਹੈ ਜੀ। ਹਾਂ, ਅਗਰ ਕਰੰਟ ਦੀ ਵੇਖਣੀ ਹੋਵੇ ਡਾਇਰੈਕਸ਼ਨ, ਮਤਲਬ ਕਰੰਟ ਹੈ ਕਿ ਨਹੀਂ, ਡਾਇਰੈਕਸ਼ਨ ਨਹੀਂ ਸੌਰੀ, ਕਰੰਟ ਹੈ ਜਾਂ ਨਹੀਂ, ਤਾਂ ਗਲਵੈਨੋਮੀਟਰ। ਗਲਵੈਨੋਮੀਟਰ ਦੀ ਖਾਸੀਅਤ ਹੁੰਦੀ ਹੈ ਕਿ ਚਾਹੇ ਤੁਸੀਂ ਸਿੱਧਾ ਲਾ ਦਿਓ ਚਾਹੇ ਪੁੱਠਾ ਲਾ ਦਿਓ, ਇਹਨੇ ਕੰਮ ਕਰਨਾ ਹੀ ਕਰਨਾ। ਬਟ ਐਮੀਟਰ ਐਵੇਂ ਕੰਮ ਨਹੀਂ ਕਰਦਾ, ਇਹਨੂੰ ਸਿੱਧਾ ਹੀ ਲਾਉਣਾ ਪੈਂਦਾ ਹੈ। ਤਾਂ ਅਗਰ ਮੰਨ ਲਓ, ਇਹਨੂੰ ਮੈਂ ਤੁਹਾਨੂੰ ਥੋੜ੍ਹਾ ਐਗਜ਼ਾਮਪਲ ਸਮਝਾਉਣਾ। ਮੰਨ ਲਓ ਕੋਈ ਸਰਕਿਟ ਹੈ ਆਪਣੇ ਕੋਲ, ਕੋਈ ਸਰਕਿਟ ਬਣਾਇਆ ਇਹਦੇ 'ਚ ਕੋਈ ਵੀ ਡਿਵਾਈਸ ਲੱਗੀ ਹੈ। ਹੁਣ ਤੁਹਾਨੂੰ ਨਹੀਂ ਪਤਾ ਇਹਨੂੰ ਹੱਥ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ, ਤੁਸੀਂ ਚੈੱਕ ਕਰਨ ਦੇ ਕਰੰਟ ਹੈ ਕਿ ਨਹੀਂ। ਅਗਰ ਤੁਸੀਂ ਐਮੀਟਰ ਲਾਓਗੇ, ਹੁਣ ਤੁਹਾਨੂੰ ਕੀ ਪਤਾ ਜਦੋਂ ਐਮੀਟਰ ਲਾਇਆ ਉਹ ਸਿੱਧਾ ਲਾਇਆ ਕਿ ਪੁੱਠਾ ਲਾਇਆ। ਤੁਸੀਂ ਮੰਨ ਲਓ ਐਮੀਟਰ ਲਾਇਆ ਪੁੱਠਾ ਲਾਤਾ, ਹੁਣ ਤੁਹਾਨੂੰ ਪਤਾ ਨਹੀਂ ਚੱਲਿਆ ਇਹਦੇ 'ਚ ਕਰੰਟ ਹੈ, ਕਿਉਂਕਿ ਐਮੀਟਰ ਤਾਂ ਰੀਡਿੰਗ 0 ਸ਼ੋ ਕਰਦਾ ਪਿਆ। ਅਗਰ ਐਮੀਟਰ ਪੁੱਠਾ ਲੱਗ ਜਾਏ ਤਾਂ ਐਮੀਟਰ ਕੰਮ ਹੀ ਨਹੀਂ ਕਰਦਾ, ਤਾਂ ਐਮੀਟਰ ਰੀਡਿੰਗ 0 ਸ਼ੋ ਕਰੇਗਾ, ਬਟ ਹੈਗਾ ਤਾਂ ਇਹਦੇ 'ਚ ਕਰੰਟ ਹੈਗਾ। ਤੁਸੀਂ ਇਹਨੂੰ ਹੱਥ ਲਾਇਆ, ਤੁਹਾਨੂੰ ਕਰੰਟ ਲੱਗ ਗਿਆ, ਇਸ ਕਰਕੇ ਉੱਥੇ ਐਮੀਟਰ ਕੰਮ ਨਹੀਂ ਆਉਂਦਾ। ਉੱਥੇ ਫਿਰ ਆਪਾਂ ਕੀ ਕਰਦੇ ਹਾਂ, ਅਗਰ ਆਪਣੇ ਕੋਲ ਮੰਨ ਲਓ ਕੋਈ ਸਰਕਿਟ ਹੈ, ਆਪਾਂ ਚੈੱਕ ਕਰਨਾ ਇਹਦੇ 'ਚ ਕਰੰਟ ਹੈ ਨਹੀਂ, ਤਾਂ ਆਪਾਂ ਇਹਦੇ 'ਚ ਕੀ ਲਾਵਾਂਗੇ, ਗਲਵੈਨੋਮੀਟਰ। ਕੀ ਲਾਵਾਂਗੇ, ਗਲਵੈਨੋਮੀਟਰ। ਗਲਵੈਨੋਮੀਟਰ ਸਿੱਧਾ ਪੁੱਠਾ ਨਹੀਂ ਹੁੰਦਾ, ਸਿੱਧਾ ਲਾਓ ਦੱਸ ਦੇਗਾ ਤੁਹਾਨੂੰ ਇਹਦੇ 'ਚ, ਚਾਹੇ ਪੁੱਠਾ ਲਾਓ ਤੁਹਾਨੂੰ ਦੱਸ ਦੇਗਾ ਕਿ ਇਹਦੇ 'ਚ ਕਰੰਟ ਹੈ ਜਾਂ ਫਿਰ ਨਹੀਂ। ਤਾਂ ਤੁਹਾਨੂੰ ਮੈਂ ਸਾਰੇ ਆਪਸ਼ਨ ਵੀ ਨਾਲ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ। ਅਗਲਾ, ਵਿਚ ਆਫ ਦ ਫੋਲੋਇੰਗ ਯੂਨਿਟਸ ਕੁਡ ਬੀ ਯੂਜ਼ਡ ਟੂ ਮੈਜਰ ਇਲੈਕਟ੍ਰਿਕ ਚਾਰਜ। ਦੇਖੋ ਜਿਹੜਾ ਚਾਰਜ ਸੀ ਨਾ, ਉਹਦੀ ਡਿਸਕਵਰੀ ਇੱਕ ਬੰਦਾ ਸੀ ਜਿਹਨਾਂ ਉਹਨੇ ਇੱਕ ਚਾਰਜ ਡਿਸਕਵਰੀ, ਤਾਂ ਚਲੋ ਚਾਰਜ ਤਾਂ ਰੱਬ ਨੇ ਬਣਾਇਆ, ਪਰ ਚਾਰਜ ਦੇ ਉੱਤੇ ਇੱਕ ਲਾਅ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਕੂਲਮਜ਼ ਲਾਅ। ਕੂਲਮਜ਼ ਲਾਅ, ਉਹਨੇ 2 ਚਾਰਜਿਸ ਦੇ ਵਿੱਚ, ਸੌਰੀ ਕੂਲਮਜ਼ ਲਾਅ, ਉਹਨੇ 2 ਚਾਰਜਿਸ ਦੇ ਵਿੱਚ, ਚਾਹੇ ਪੋਜ਼ੀਟਿਵ ਨੈਗੇਟਿਵ ਕਹਿ ਲਓ, ਚਾਹੇ ਦੋਨੋਂ ਪੋਜ਼ੀਟਿਵ ਚਾਰਜ ਕਹਿ ਲਓ, ਉਹਨਾਂ ਦੇ ਵਿੱਚ ਕਿੰਨੀ ਅਟਰੈਕਸ਼ਨ ਹੈ ਜਾਂ ਕਿੰਨੀ ਰਿਪਲਸ਼ਨ ਹੈ, ਕਿੰਨੀ ਅਟਰੈਕਸ਼ਨ ਜਾਂ ਕਿੰਨੀ ਰਿਪਲਸ਼ਨ, ਇਹਦੇ ਲਈ ਉਹਨੇ ਇੱਕ ਲਾਅ ਦਿੱਤਾ ਸੀ ਜਿਹਨੂੰ ਆਪਾਂ ਕੂਲਮਜ਼ ਲਾਅ ਕਹਿੰਦੇ ਹਾਂ। ਉਹਦੇ ਨਾਮ 'ਤੇ ਹੀ ਆਪਾਂ ਇਲੈਕਟ੍ਰਿਕ ਚਾਰਜ ਦਾ ਯੂਨਿਟ ਰੱਖਤਾ, ਤਾਂ ਉਹਦਾ ਯੂਨਿਟ ਕੀ ਹੈ, ਕੂਲਮ। ਵੋਲਟ ਕਹਿੰਦੇ ਨੇ ਪੋਟੈਂਸ਼ੀਅਲ ਡਿਫਰੈਂਸ ਦੇ, ਜਾਊਲ ਕਹਿੰਦੇ ਨੇ ਐਨਰਜੀ ਦੇ, ਜਾਊਲ ਕਹਿੰਦੇ ਨੇ ਐਨਰਜੀ ਦੇ। ਠੀਕ ਹੈ, ਐਂਪੀਅਰ ਹੁਣੇ ਵੇਖਿਆ, ਐਂਪੀਅਰ ਕਹਿੰਦੇ ਨੇ ਕਰੰਟ ਦੇ, ਐਂਪੀਅਰ ਕਹਿੰਦੇ ਨੇ ਕਰੰਟ ਦੇ। ਠੀਕ ਹੈ ਜੀ, ਤਾਂ ਸਾਰੇ ਯਾਦ ਕਰ ਲਏ ਜੀ। ਅੱਗੇ ਕਰਦੇ ਹਾਂ, ਦ ਯੂਨਿਟ ਫॉर ਮੇਜਰਿੰਗ ਪੋਟੈਂਸ਼ੀਅਲ ਡਿਫਰੈਂਸ, ਮੈਂ ਤੁਹਾਨੂੰ ਹੁਣੇ ਦੱਸਿਆ ਪੋਟੈਂਸ਼ੀਅਲ ਡਿਫਰੈਂਸ ਮਾਪਣ ਵਾਸਤੇ ਯੂਨਿਟ ਕਿਹੜੇ ਨੇ, ਵੋਲਟ। ਆ ਕਿਲੋਵਾਟ ਆਵਰ ਕੀ ਹੁੰਦਾ, ਇਹ ਜਿਹੜਾ ਆਪਾਂ ਬਿਜਲੀ ਦਾ ਯੂਨਿਟ ਹੁੰਦਾ ਨਾ ਆਪਣਾ ਘਰੇ, ਆਪਾਂ ਕਹਿੰਦੇ 1 ਯੂਨਿਟ ਬਿਜਲੀ ਬਲ ਗਈ, 2 ਯੂਨਿਟ ਬਿਜਲੀ ਬਲ ਗਈ, ਤੁਸੀਂ 1.5 ਟਨ ਦਾ AC ਚਲਾਓਗੇ ਤਾਂ 1.5 ਯੂਨਿਟ ਬਿਜਲੀ ਬਲੇਗੀ, ਉਹ ਹੁੰਦਾ ਇਲੈਕਟ੍ਰੀਸਿਟੀ ਦਾ ਯੂਨਿਟਸ, ਕਿਲੋਵਾਟ ਆਵਰ। ਆ ਓਮ ਕਿੰਨਾ ਯੂਨਿਟ ਹੈ, ਇਹ ਜਿਹਨੇ ਚੈਪਟਰ ਪੜ੍ਹਿਆ ਉਹਨੂੰ ਪਤਾ ਹੈਗਾ, ਰੈਜ਼ਿਸਟੈਂਸ ਆਈ ਚੈਪਟਰ 'ਚ, ਤਾਂ ਰੈਜ਼ਿਸਟੈਂਸ ਹੁੰਦਾ ਯੂਨਿਟ ਹੈ। ਅਤੇ ਵਾਟ ਕਿੰਨਾ ਯੂਨਿਟ ਹੈ, ਇਹ ਪਾਵਰ ਦਾ। ਪਾਵਰ ਆਪਾਂ ਕਹਿੰਦੇ ਨਾ ਇੰਨੇ ਹੋਰਸ ਪਾਵਰ ਦੀ ਮੋਟਰ ਹੈਗੀ ਹੈ, ਇੰਨੇ ਵਾਟ ਦੀ ਮੋਟਰ ਹੈਗੀ, ਇਹ ਪਾਵਰ ਦੀ ਪਾਵਰ। ਠੀਕ ਹੈ ਜੀ।
चलो आगे करते हैं आप। अगला है द नेम ऑफ पोटेंशियल डिफरेंस इज द अदर नेम ऑफ पोटेंशियल डिफरेंसिस। तो उन्होंने दस्या है कि पोटेंशियल डिफरेंस वोल्ट मीटर ਨਾਲ ਮਾਪੀ ਜਾਂਦੀ ਹੈ ਨਾ, ਤਾਂ ਇਹਨੂੰ ਆਪਾਂ ਬੈਟਰੀ ਵੀ ਕਹਿੰਦੇ ਹਾਂ। ਤਾਂ पोटेंशियल डिफरेंस ਦਾ ਅਗਲਾ ਦੂਸਰਾ ਨਾਮ ਕੀ ਹੋ ਸਕਦਾ, ਵੋਲਟੇਜ। ਕੀ ਹੋ ਸਕਦਾ, ਵੋਲਟੇਜ, ਕਿਉਂਕਿ ਆਪਾਂ ਯੂਨਿਟਸ ਵੀ ਕਹਿੰਦੇ ਵੋਲਟ, ਤਾਂ ਆਪਾਂ ਵੋਲਟੇਜ ਵੀ ਕਹਿੰਦੇ ਹਾਂ। ठीक है। अगला विच स्टेटमेंट इज़ और आर करेक्ट। पहली द एमीटर इज़ कनेक्टेड इन सीरीज एंड वोल्ट मीटर इज़ कनेक्टेड इन पैरेलल। दूसरी द एमीटर हैज़ हाई रेजिस्टेंस एंड तीसरी वोल्ट मीटर हैज़ लो रेजिस्टेंस। आप तीन स्टेटमेंट्स चैक करनियां ने, तीन स्टेटमेंट इन्हां चों किहड़ी सही है। ठीक है, मैं तुहानूं थोड़ा ज़्यादा एक्सप्लेन करांगा ताकि तुहानूं रट्टा ना मारना पवे, आपां ईजली इत्थे समझदे हां। ध्यान देखो मेरी गल सुनो, एक सर्किट हुंदा है, सर्किट विच मान लो इत्थे बल्ब लग्या है। ठीक है जी, इत्थे बल्ब लग्या है, इत्थे बैटरी लगी है। चलो जी, हुण आपां दो जगह ने, एक आ जगह है, एक आ जगह है। ठीक है, अगर मान लो ऊपर वाली जगह पे मैं एमीटर ला देना, थल्ले वाली जगह पे वोल्ट मीटर ला देना, मतलब वोल्ट मीटर मैं किंदे चलाता, सीरीज च, ते एमीटर किंदे चलाता, पैरेलल च। हुण होएगा कि एमीटर का काम है करंट मापना। हुण आपां चाहते हैं कि बल्ब जगे, की जगे, बल्ब जगे। तो बल्ब जगे तो मतलब जो बैटरी तो करंट आएगा किंदे जाना चाहिए, सारा सारा बल्ब च जाना चाहिए ना। तो ये उपर वाली ब्रांच बल्ब कोई करंट जाएगा, आप तो चाहेंगे ना जाए। तो उपर आप एमीटर लाया, एमीटर का काम है करंट मापना। तो एमीटर उतली ब्रांच होना चाहिए कि मेन ब्रांच जी अपनी मेन ब्रांच है होना चाहिए। ओबीयस गल, अगर करंट मापना है तो करंट तो मेन ब्रांच जाएगा, तो एमीटर तो मेन ब्रांच होना चाहिए सी। ਇਹਦਾ मतलब इस जगह पर की लगना चाहिए है, इस जगह पर एमीटर लगना चाहिए है। ਇਹਦਾ मतलब एमीटर किहदे होना चाहिए हमेशा, सीरीज किहदे होना चाहिए, सीरीज। हुण आपां गल करने वोल्ट मीटर की। हुण मैं तुहानूं दोबारा समझाऊंगा। मान लो वोल्ट मीटर का काम है ये चैक करने, तो बल्ब लगे मान लो। हुण फिर दो जगह आप एक गल तो अपन कन्फर्म हो गई, एक गल की इत्थे की लगेगा, एमीटर लगेगा। ਇਹਦਾ मतलब वोल्ट मीटर कित्थे लगना है, ਇੱਥੇ। ਹੁਣ ਤੁਸੀਂ ਆਪੇ ਸੋਚੋ वोल्ट मीटर ਦਾ मतलब ਕੀ ਹੁਣੇ ਪੜਿਆ ਸੀ, वोल्ट मीटर ਕਹਿੰਦੇ पोटेंशियल डिफरेंस। अगर आप दो चीज़ों का डिफरेंस कढ़ना तो आप दोनों चीज़ों बारे पता होना चाहिए ना। तो आप कढ़ना कि बल्ब के अक्रॉस, बल्ब के आसे पासे कितना पोटेंशियल डिफरेंस है, ताकि बल्ब के अंदर लाइट क्यों जगती पई है। तो जो बल्ब दो एंड, एक एंड ए वाला, एक एंड ए वाला, इत्थे कितना पोटेंशियल है, मान लो इत्थे है 10 वोल्ट, इत्थे कितना पोटेंशियल है, मान लो इत्थे 15 वोल्ट। ਇਹਦਾ मतलब दोवां 'ਚ पोटेंशियल डिफरेंस कितना है, 5 वोल्ट का। अगर तुहानूं इत्थों की रीडिंग भी पता होवे, इत्थों की रीडिंग भी पता होवे, तां ही दस सकदे हो ना। इस करके जो वोल्ट मीटर है वो इस तरह लाया जाता है कि दोनों जगह का पोटेंशियल डिफरेंस चैक कर सके। तो वोल्ट मीटर हमेशा किहदे चलाते हैं, पैरेलल च। एमीटर किहदे चलाते हैं, सीरीज च। हुण इहदे नाल ही आपां रेजिस्टेंस बारे समझ लैंदे हां। अपना मेन काम सी इस सर्किट च बल्ब नूं जगाना। जे आपां कोई सर्किट लाने घरे, आपां कोई बल्ब फ्रिज वास्ते लाने हां, तो वोल्ट मीटर लगे होंदा, उनका काम तो सिर्फ दसना होंदा कि कितनी वोल्टेज आ रही है ना। तो आप चाहांगे करंट, वोल्ट मीटर करंट लवे कि ना लवे। आप चाहांगे कि वोल्ट मीटर करंट ना लवे, क्योंकि जिन्ना वोल्ट मीटर करंट लवेगा अपना तो बिल बिजली तो उन्ना ही आएगा। आप तो पूरा सर्किट बनाया क्यों सी, बल्ब जगाने वास्ते। आप तो चाहते कि सारी लाइट कौन लवे, बल्ब लवे, वोल्ट मीटर तो बिल्कुल लाइट ना लवे। इस करके अगर वोल्ट मीटर के अंदर आप चाहते करंट ना जाए, वो तां ही पॉसिबल है अगर आप वोल्ट मीटर की रेजिस्टेंस की करांगे, बहुत ज़्यादा वधा देंगे। अगर वोल्ट मीटर की रेजिस्टेंस वधावांगे तो सारा करंट किधरों जाना शुरू कर देगा, इधरों। ठीक है, इस करके वोल्ट मीटर की रेजिस्टेंस की होनी चाहिए, हमेशा ज़्यादा होनी चाहिए। ਐਵੇਂ ਹੀ ਜਦੋਂ ਆਪਾਂ ਐਮੀਟਰ ਦੀ ਗੱਲ ਕੀਤੀ ਸੀ, अगर आप ਇੱਥੇ बल्ब लाया तो ਇੱਥੇ ਕੀ ਲਾਇਆ, ਐਮੀਟਰ। ਹੁਣ ਐਮੀਟਰ ਤੁਹਾਨੂੰ ਮੈਂ ਹੁਣੇ ਦੱਸਿਆ ਕਿ ਐਮੀਟਰ ਦਾ ਕੰਮ ਹੈ ਕਰੰਟ ਮਾਪਣਾ। ਇਹਦਾ ਮਤਲਬ ਐਮੀਟਰ ਤਾਂ ਹਮੇਸ਼ਾ ਮੇਨ ਬ੍ਰਾਂਚ ਦੇ ਵਿੱਚ ਹੀ ਰਹੇਗਾ। ਜਿੰਨੀ ਜ਼ਿਆਦਾ ਰੈजिस्टेंस ਹੁੰਦੀ ਨਾ, ਉਨੇ ਜ਼ਿਆਦਾ लॉस ਹੁੰਦਾ ਆਪਣਾ, क्योंकि रेजिस्टेंस हीट पैदा करती है। ਹੁਣ ਆਪਾਂ बल्ब जगाना है तो मान लो अगर एमीटर की रेजिस्टेंस भी आप मान लें, एग्जाम्पल मान लें ज़्यादा है, तो हीट पैदा करेगा, हीट पैदा करेगा मतलब ज़्यादा बिजली का बिल आएगा। ਆਪਾਂ ਨੂੰ फिर सर्किट एमीटर लाने का फायदा की होया, जो अपना बिल ही वधा देगा। इस करके आप कोशिश करांगे कि एमीटर का बिल घट आए। तो एमीटर की रेजिस्टेंस की होनी चाहिए, घट होनी चाहिए, ज़्यादा नहीं होनी चाहिए। ਇਹਦਾ मतलब आप हुण 3-4 चीज़ां पढ़ियां। पहला कि वोल्ट मीटर लगता है पैरेलल से, एमीटर लगता है सीरीज से। वोल्ट मीटर की रेजिस्टेंस की होनी चाहिए ज़्यादा, ताकि उनके करंट ना जाए। एमीटर से तो सारा करंट टपना ही टपना है, इस करके उनकी रेजिस्टेंस घट होनी चाहिए। हम आप देखते हैं अपने ऑप्शन किहड़े से। पहला एमीटर इज कनैक्टेड इन सीरीज, वोल्ट मीटर इन पैरेलल, ये तो हो गया बिल्कुल ठीक, आप होने पढ़िया। दूसरा
ਐਮੀਟਰ ਦੀ ਰੈਜ਼ਿਸਟੈਂਸ ਹਾਈ ਹੋਣੀ ਚਾਹੀਦੀ, ਆਪਾਂ ਹੁਣੇ ਪੜ੍ਹਿਆ ਘੱਟ ਹੋਣੀ ਚਾਹੀਦੀ। ਵੋਲਟਮੀਟਰ ਦੀ ਲੋ ਹੋਣੀ ਚਾਹੀਦੀ, ਇਹ ਵੀ ਗਲਤ ਹੈ, ਆਪਣੇ ਹਿਸਾਬ ਨਾਲ ਜ਼ਿਆਦਾ ਹੋਣੀ ਚਾਹੀਦੀ। ਐਂਡ ਮਤਲਬ ਓਨਲੀ ਵਨ ਆਪਸ਼ਨ ਇਜ਼ ਕਰੈਕਟ। ਅਗਲਾ, ਵਿਚ ਯੂਨਿਟ ਕੁਡ ਬੀ ਯੂਜ਼ ਟੂ ਮੇਜਰ ਕਰੰਟ, ਹੁਣੇ ਪੜ੍ਹਿਆ ਆਪਾਂ ਥੋੜ੍ਹੀ ਦੇਰ ਪਹਿਲਾਂ। ਕਰੰਟ ਵਾਸਤੇ ਕਿਹੜਾ ਯੂਜ਼ ਕਰਦੇ ਹਾਂ ਆਪਾਂ? ਐਂਪੀਅਰ। ਵੋਲਟ ਕਿਹਦੇ ਵਾਸਤੇ ਕਰਦੇ ਹਾਂ? ਪੋਟੈਂਸ਼ੀਅਲ ਡਿਫਰੈਂਸ ਵਾਸਤੇ। ਕੂਲਮ ਕਿਹਦੇ ਵਾਸਤੇ ਕਰਦੇ ਹਾਂ? ਚਾਰਜ ਵਾਸਤੇ। ਵਾਟ ਕਿਹਦੇ ਵਾਸਤੇ ਕਰਦੇ ਹਾਂ? ਪਾਵਰ ਵਾਸਤੇ। ਠੀਕ ਹੈ ਜੀ। ਕੋਸ਼ਿਸ਼ ਤਾਂ ਮੇਰੀ ਇਹ ਹੀ ਹੈ ਕਿ ਮੈਂ ਤੁਹਾਨੂੰ ਹਰ ਆਪਸ਼ਨ ਸਮਝਾਵਾਂ ਤਾਂ ਕਿ ਤੁਹਾਡੇ ਪੇਪਰ 'ਚ ਅੱਛੇ ਨੰਬਰ ਆ ਜਾਣ, ਕਿਉਂਕਿ ਸਾਇੰਸ ਕਈਆਂ ਦਾ ਬੈਕਗਰਾਊਂਡ ਨਹੀਂ ਹੁੰਦਾ, ਉਹਨਾਂ ਨੂੰ ਡਿਫੀਕਲਟੀ ਆਉਂਦੀ ਹੈ। ਇਸ ਕਰਕੇ ਸਾਰੇ ਆਪਸ਼ਨ ਯਾਦ ਰੱਖੋਗੇ ਤੁਹਾਨੂੰ ਸਮਝ ਆ ਜਾਏਗਾ। ਹਰ ਇੱਕ ਆਪਸ਼ਨ ਜਿਵੇਂ ਜਿਵੇਂ ਸੁਣੀ ਜਾਓਗੇ ਨਾ, ਤੁਹਾਨੂੰ ਹੋਰ ਕੁਐਸਚਨ ਬਾਰੇ ਪਤਾ ਲੱਗੇਗਾ। ਮਤਲਬ ਆਪਾਂ ਇਸ ਟਾਈਮ ਇਸ ਪੇਜ 'ਤੇ ਲਿਖੇ ਸਿਰਫ 4-5 ਕੁਐਸਚਨ ਹੋਏ ਨੇ, ਪਰ ਆਪਾਂ 15-20 ਕੁਐਸਚਨ ਕਰ ਚੁੱਕੇ ਹਾਂ। ਠੀਕ ਹੈ। ਹਾਂ, ਇਸ ਬੁੱਕ 'ਚ ਕੁਐਸਚਨ ਆਇਆ ਸੀ, ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਸਾਲ ਇਹਦੇ 'ਚ ਹੀ ਆਏਗਾ। ਇੱਕ ਤਾਂ ਇਹ ਬੁੱਕ ਬਹੁਤ ਅੱਛੀ ਹੈ, ਦੂਸਰਾ ਚਾਂਸਿਸ ਹੈ ਅਗਰ ਆਪਾਂ ਪੇਪਰ ਦੇਣ ਜਾਣਾ ਹੈ, ਆਪਾਂ ਨੂੰ ਉੱਥੇ ਜਾ ਕੇ ਦੁੱਖ ਹੋਏ ਕਿ ਹਾਏ ਮੈਂ ਬੁੱਕ ਕਿਉਂ ਨਹੀਂ ਪੜ੍ਹ ਕੇ ਆਇਆ, 2 ਸਾਲਾਂ ਤੋਂ ਪੇਪਰ ਇਹਦੇ 'ਚ ਆ ਰਿਹਾ ਸੀ। ਇਸ ਕਰਕੇ ਇਹਨੂੰ, ਜਿਹੜੀ ਇਹ ਬੁੱਕ ਹੈ, ਮਤਲਬ ਮੈਂ ਵਾਰ-ਵਾਰ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹ ਯੂਟਿਊਬ ਦੀ ਪੋਲਿਸੀਜ਼ ਦੇ ਅਗੇਂਸਟ ਹੈ, ਤਾਂ ਜਿਹੜੀ ਵੀ ਇਹ ਕਿਤਾਬ ਹੈ ਇਹਨੂੰ ਪਲੀਜ਼ ਸਾਰੇ ਧਿਆਨ ਨਾਲ ਰੱਟ ਕੇ ਜਾਓ। ਚਾਂਸਿਸ ਬਹੁਤ ਇਹਦੇ 'ਚੋਂ ਪੇਪਰ ਆਉਣ ਦਾ, ਨਾ ਇਹ ਕਿਸਮਤ ਤੁਹਾਡੀ। ਅਗਲਾ, ਇਫ ਦ ਕਰੰਟ ਥਰੂ ਅ ਫਲੱਡ ਲੈਂਪ ਇਜ਼ 5 ਐਂਪੀਅਰ, what ਚਾਰਜ passes in 10 seconds। ਦੇਖੋ ਉਹ ਕਹਿੰਦੇ ਨੇ ਇੱਕ ਲੈਂਪ ਹੈ, ਉਹਦੇ 'ਚ 5 ਐਂਪੀਅਰ ਕਰੰਟ ਚੱਲਿਆ, ਤਾਂ 10 ਸਕਿੰਟ 'ਚ ਉਹਦੇ 'ਚ ਕਿੰਨਾ ਚਾਰਜ ਜਾਏਗਾ। ਥੋੜ੍ਹਾ ਜਿਹਾ ਆਪਾਂ ਸਮਝ ਲਈਏ। ਹੁੰਦਾ ਕੀ ਹੈ, ਕੋਈ ਵੀ ਤਾਰ ਦੇ ਅੰਦਰੋਂ ਜਦੋਂ ਵੀ ਕੋਈ ਚਾਰਜ ਟੱਪਦਾ ਆਪਾਂ ਵੇਖਦੇ ਹਾਂ ਕਿ ਇਸ ਜਗ੍ਹਾ ਤੋਂ ਜਾਣ ਵਾਲਾ ਚਾਰਜ 1 ਸੈਕਿੰਡ 'ਚ ਕਿੰਨਾ ਹੈ। 1 ਸੈਕਿੰਡ 'ਚ ਉਹਨੂੰ ਆਪਾਂ ਕਹਿੰਦੇ ਹਾਂ ਕਰੰਟ। ਕੀ ਕਹਿੰਦੇ ਆਪਾਂ? ਕਰੰਟ ਕਹਿੰਦੇ ਹਾਂ। ਇਹਦਾ ਮਤਲਬ ਚਾਰਜ ਦਾ, ਕਰੰਟ ਦਾ ਫਾਰਮੂਲਾ ਹੋ ਗਿਆ, ਜਾਂ ਆਪਾਂ ਕਹਿ ਸਕਦੇ ਹਾਂ ਚਾਰਜ ਦਾ ਫਾਰਮੂਲਾ ਕੀ ਹੈ, ਜਾਂ ਕਰੰਟ ਦਾ I ਇਜ਼ ਇਕੁਅਲ ਟੂ Q/T ਕਹਿ ਲਓ, ਜਾਂ Q ਇਜ਼ ਇਕੁਅਲ ਟੂ I/T ਕਹਿ ਲਓ। ਹੁਣ ਆਪਾਂ ਨੂੰ ਪੁੱਛਿਆ ਕੀ ਇੱਥੇ? ਆਪਾਂ ਨੂੰ ਪੁੱਛਿਆ ਚਾਰਜ, ਇਹਦਾ ਮਤਲਬ ਇਹ ਵਾਲਾ ਫਾਰਮੂਲਾ ਲੱਗੇਗਾ ਆਪਣਾ, ਹੈ ਨਾ। ਹੁਣ ਆਪਾਂ ਫਾਰਮੂਲਾ ਲਾਉਂਦੇ ਹਾਂ, I ਇਜ਼ ਇਕੁਅਲ ਟੂ Q ਇਜ਼ ਇਕੁਅਲ ਟੂ IT, ਤਾਂ Q ਇਜ਼ ਇਕੁਅਲ ਟੂ I। ਕਰੰਟ ਕਿੰਨਾ ਹੈ? 5। ਟਾਈਮ ਕਿੰਨਾ ਹੈ? 10 ਸੈਕਿੰਡ। ਇਹਦਾ ਮਤਲਬ ਚਾਰਜ ਕਿੰਨਾ ਆ ਗਿਆ? 50। ਹੁਣ ਯੂਨਿਟਸ ਸਾਨੂੰ ਹੁਣੇ ਕਰਾਏ ਸੀ, ਯੂਨਿਟਸ ਕਿੰਨੇ? ਕੂਲਮ। ਇਹਦਾ ਮਤਲਬ ਆਂਸਰ ਆਏਗਾ 50 ਕੂਲਮ। ਡੀ ਆਪਸ਼ਨ ਇਜ਼ ਕਰੈਕਟ। ਅਗਲਾ, ਇਫ ਦ ਅਮਾਊਂਟ ਆਫ ਇਲੈਕਟ੍ਰਿਕ ਚਾਰਜ ਪਾਸਿੰਗ ਥਰੂ ਅ ਕੰਡਕਟਰ ਇਨ 10 ਮਿੰਟਸ ਇਜ਼ 300 ਕੂਲਮ, ਦ ਕਰੰਟ ਫਲੋਇੰਗ। ਉਹਨਾਂ ਨੇ ਪੁੱਛਿਆ ਕਿ ਅਗਰ ਜਿਹੜਾ ਇਲੈਕਟ੍ਰਿਕ ਚਾਰਜ ਹੈ ਉਹ ਕਿਸੇ ਪਾਈਪ ਤੋਂ, ਮੰਨ ਲਓ ਪਾਈਪ ਹੈ, ਤੇ ਜੋ ਕਿੰਨਾ ਇਲੈਕਟ੍ਰਿਕ ਚਾਰਜ ਚੱਲਿਆ? 300 ਕੂਲਮ। ਕਿੰਨੇ ਟਾਈਮ 'ਚ? 10 ਮਿੰਟ 'ਚ। ਤਾਂ ਦੱਸੋ ਜੇ ਕਰੰਟ ਕਿੰਨਾ ਹੈ? ਮੈਂ ਤੁਹਾਨੂੰ ਹੁਣੇ ਫਾਰਮੂਲਾ, I ਇਜ਼ ਇਕੁਅਲ ਟੂ Q/T। Q ਕਿੰਨਾ? 300, ਅਤੇ ਟਾਈਮ ਕਿੰਨਾ? 10 ਮਿੰਟ। ਆਪਾਂ ਨੂੰ ਸੈਕਿੰਡ 'ਚ ਬਦਲਣਾ ਕਿਉਂਕਿ ਆਪਾਂ SI ਯੂਨਿਟਸ ਦੀ ਗੱਲ ਕਰਾਂਗੇ। ਤਾਂ 10 × 60, 0 ਨਾਲ 0 ਕੱਟੇਗੀ, 0 ਨਾਲ 0 ਕੱਟੇਗੀ, 3/6 ਮਤਲਬ 1/2, 1/2 ਦਾ ਮਤਲਬ ਹੁੰਦਾ ਹਾਫ, 0.5 ਕੂਲਮ। 0.5 ਕੂਲਮ, ਸੌਰੀ ਇਹ ਤਾਂ ਸਕਰੀਨ ਪਤਾ ਨਹੀਂ ਕਿਉਂ ਕੰਮ ਨਹੀਂ ਕਰ ਰਹੀ। ਤਾਂ ਆਂਸਰ ਆਇਆ ਆਪਣਾ 0.5 ਕੂਲਮ। ਅਜੇ ਆਪਸ਼ਨ ਕਿਹੜਾ? 0.5 ਕੂਲਮ। ਹੁਣ ਚੱਲ ਪਈ, ਚਲੋ ਠੀਕ ਹੈ ਜੀ, ਸਮਝ ਆ ਗਈ ਸਾਰਿਆਂ ਨੂੰ। ਹੁਣ ਆਪਾਂ ਅੱਗੇ ਦੇਖਦੇ ਹਾਂ। ਦੇਖੋ, ਓਮਸ ਲੋ ਗਿਵਸ ਰਿਲੇਸ਼ਨਸ਼ਿਪ ਬਿਟਵੀਨ, ਪਹਿਲਾਂ ਦੱਸਣਾ ਓਮਸ ਲੋ ਹੁੰਦਾ ਕੀ। ਸਹੀ ਤਰੀਕੇ ਨਾਲ ਲਿਖਣ ਦੇ ਵਿੱਚ ਓਮਸ ਲੋ ਕਹਿੰਦਾ V/I ਇਜ਼ ਇਕੁਅਲ ਟੂ, ਸੌਰੀ ਮੈਂ ਗਲਤ ਲਿਖਦਾ, T ਲਿਖਦਾ ਮੈਂ, ਸਹੀ ਕਹਿੰਦਾ V/I ਇਜ਼ ਇਕੁਅਲ ਟੂ ਕੌਂਸਟੈਂਟ। ਇਹ ਬਿਲਕੁਲ ਸਹੀ ਓਮਸ ਲੋ ਹੈ। ਕਈ ਲੋਕ ਸਮਝਦੇ ਨੇ V ਇਜ਼ ਇਕੁਅਲ ਟੂ I/R ਹੁੰਦਾ ਹੈ। ਠੀਕ ਹੈ, ਇਹ ਓਮਸ ਲੋ ਨਹੀਂ, ਓਮਸ ਲੋ ਦਾ ਇੱਕ ਹਿੱਸਾ ਹੈ ਬਸ। ਠੀਕ ਹੈ, ਤਾਂ ਸਹੀ ਓਮਸ ਲੋ ਕਿ V/I ਇਜ਼ ਇਕੁਅਲ ਟੂ ਕੌਂਸਟੈਂਟ। ਤਾਂ ਅਗਰ ਜਿੱਥੇ ਵੀ ਰੈਜ਼ਿਸਟੈਂਸ ਲਿਖਿਆ ਆਪਸ਼ਨ ਤੋਂ ਪਹਿਲਾਂ ਕੱਟ ਹੀ ਦਿਓ। ਕਰੰਟ ਰੈਜ਼ਿਸਟੈਂਸ ਇਹ ਵੀ ਨਹੀਂ ਹੋ ਸਕਦਾ, ਪੋਟੈਂਸ਼ੀਅਲ ਰੈਜ਼ਿਸਟੈਂਸ ਇਹ ਵੀ ਨਹੀਂ ਹੋ ਸਕਦਾ, ਚਾਰਜ ਵੀ ਨਹੀਂ ਹੋ ਸਕਦਾ। ਇੱਕੋ ਹੀ ਇੱਕ ਮੈਂ ਹੁਣੇ ਤਾਂ ਪੜ੍ਹਾਇਆ V/I। V ਮਤਲਬ ਕਿ ਇਹ ਪੋਟੈਂਸ਼ੀਅਲ ਡਿਫਰੈਂਸ, I ਮਤਲਬ ਕਿ ਇਹ ਕਰੰਟ। ਤਾਂ ਪੋਟੈਂਸ਼ੀਅਲ ਡਿਫਰੈਂਸ ਅਤੇ ਕਰੰਟ ਦੇ ਵਿੱਚ ਜੋ ਰਿਸ਼ਤਾ ਦੱਸਦਾ ਉਹਨੂੰ ਆਪਾਂ ਓਮਸ ਲੋ ਕਹਿੰਦੇ ਹਾਂ। ਤਾਂ ਓਮਸ ਲੋ ਗਿਵਸ ਰਿਲੇਸ਼ਨਸ਼ਿਪ ਬਿਟਵੀਨ ਕਰੰਟ ਐਂਡ ਪੋਟੈਂਸ਼ੀਅਲ ਡਿਫਰੈਂਸ। ਠੀਕ ਹੈ ਜੀ। ਅਗਲਾ ਸਵਾਲ, ਦ ਯੂਨਿਟ ਆਫ ਇਲੈਕਟ੍ਰਿਕ ਰੈਜ਼ਿਸਟੈਂਸ। ਸਭ ਨਾਲ ਪਹਿਲਾ ਕੁਐਸਚਨ ਜਦੋਂ ਪੜ੍ਹਿਆ ਸੀ ਉਹਦੇ 'ਚ ਆਇਆ ਸੀ। ਤਾਂ ਇਲੈਕਟ੍ਰਿਕ ਰੈਜ਼ਿਸਟੈਂਸ ਦੇ ਯੂਨਿਟਸ ਕੀ ਹੁੰਦੇ ਨੇ? ਓਮਸ। ਮੈਂ ਤੁਹਾਨੂੰ ਦੱਸਿਆ ਸੀ, ਜਿਹਨੇ ਚੈਪਟਰ ਪੜ੍ਹਿਆ ਉਹਨੂੰ ਪਤਾ ਹੋਏਗਾ ਰੈਜ਼ਿਸਟੈਂਸ ਦੇ ਯੂਨਿਟਸ ਹੁੰਦੇ ਨੇ ਓਮਸ। ਕੂਲਮ ਕਿੰਨੇ ਨੇ? ਦੁਬਾਰਾ ਦੱਸ ਦੇਣਾ, ਚਾਰਜ ਦੇ। ਵੋਲਟ ਕਿੰਨੇ ਨੇ? ਪੋਟੈਂਸ਼ੀਅਲ ਡਿਫਰੈਂਸ ਦੇ। ਐਂਪੀਅਰ ਕਿੰਨੇ ਨੇ? ਕਰੰਟ ਦੇ। ਠੀਕ ਹੈ ਜੀ। ਦੇਖੋ, ਇਹ ਚੈਪਟਰ ਨਾ ਬਹੁਤ ਵੱਡੇ ਨੇ, ਅਗਰ ਇਹਨਾਂ ਨੂੰ ਸਮਝਾਇਆ ਜਾਵੇ ਚੰਗੀ ਤਰ੍ਹਾਂ ਤਾਂ ਬਹੁਤ ਟਾਈਮ ਮੰਗਦੇ ਨੇ। ਕੋਸ਼ਿਸ਼ ਇਹ ਕਰ ਰਿਹਾ ਕਿ
एक्सप्लेन भी कर देवां, ज़्यादा टाइम भी ना लगे क्योंकि टाइम बहुत थोड़ा रहेगा तुहाडे कोल। एक क्विक रिविजन वास्ते वीडियो बनाई जा रही है। द सबसटांस हैविंग इनफाइनाइटली हाई इलैक्ट्रिक रेजिस्टेंस इज कॉल्ड। देखो किसी भी ਹੁਣ ਤਾਰ ਹੈ, ਇਹਦੇ ਜੋ ਕਰੰਟ ਟੱਪਦਾ ਪਿਆ ਆਪਾਂ ਕਹਿੰਦੇ ਹਾਂ ਇੱਕ ਕੰਡਕਟਰ ਹੈ। ਕੀ ਕਹਿੰਦੇ ਆ? ਕੰਡਕਟਰ। ਅਤੇ ਜਿਹਦੇ 'ਚੋਂ ਕਰੰਟ ਨਹੀਂ ਜਾਂਦਾ ਉਹਨੂੰ ਆਪਾਂ ਕਹਿੰਦੇ ਆ ਇਨਸੂਲੇਟਰ। ਉਹਨੂੰ ਆਪਾਂ ਕਹਿੰਦੇ ਆ ਇਨਸੂਲੇਟਰ। ਇਨਸੂਲੇਟਰ 'ਚੋਂ ਕਰੰਟ ਨਹੀਂ ਜਾਂਦਾ ਕਿਉਂਕਿ ਇਨਸੂਲੇਟਰ ਦੀ ਰੈਜ਼ਿਸਟੈਂਸ ਕੀ ਹੁੰਦੀ? ਬਹੁਤ ਜ਼ਿਆਦਾ ਹਾਈ ਹੁੰਦੀ ਹੈ ਅਤੇ ਕੰਡਕਟਰ ਦੀ ਰੈਜ਼ਿਸਟੈਂਸ ਕੀ ਹੁੰਦੀ? ਬਹੁਤ ਜ਼ਿਆਦਾ ਲੋ ਹੁੰਦੀ ਹੈ। ਉਹਨਾਂ ਨੇ ਪੁੱਛਿਆ ਵੀ ਇਹੀ ਹੈ ਕਿ ਜਿਹਦੀ ਬਹੁਤ ਜ਼ਿਆਦਾ ਇਨਫਾਈਨਾਈਟਲੀ ਹਾਈ ਮਤਲਬ ਜਿਹਦੇ 'ਚੋਂ ਕਰੰਟ ਟੱਪ ਹੀ ਨਹੀਂ ਸਕਦਾ ਤਾਂ ਉਹਨੂੰ ਆਪਾਂ ਕਹਿੰਦੇ ਆ ਇਨਸੂਲੇਟਰ। ਕੀ ਕਹਿੰਦੇ ਆਪਾਂ? ਇਨਸੂਲੇਟਰ। ਕੰਡਕਟਰ ਦੀ ਹਾਈ ਹੁੰਦੀ ਹੈ, ਠੀਕ ਹੈ। ਉਹ ਸੌਰੀ ਕੰਡਕਟਰ ਦੀ ਰੈਜ਼ਿਸਟੈਂਸ ਲੋ ਹੁੰਦੀ ਹੈ, ਇਨਸੂਲੇਟਰ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ, ਕੰਡਕਟਰ ਦੀ ਰੈਜ਼ਿਸਟੈਂਸ ਲੋ ਹੁੰਦੀ ਹੈ। ਯਾਦ ਰੱਖਣਾ, ਇਹ ਬਹੁਤ ਸਿੰਪਲ ਕੁਐਸਚਨ ਹੈ, ਆ ਵੀ ਸਕਦੇ ਨੇ ਇਸ ਤਰ੍ਹਾਂ ਦੇ। ਕੀਪਿੰਗ ਦਾ ਪੋਟੈਂਸ਼ੀਅਲ ਡਿਫਰੈਂਸ ਕੌਨਸਟੈਂਟ ਦ ਰੈਜ਼ਿਸਟੈਂਸ ਆਫ ਸਰਕਿਟ ਇਜ਼ ਡਬਲਡ ਦ ਕਰੰਟ ਵਿਲ ਬਿਕਮ। ਉਹ ਕਹਿੰਦੇ ਨੇ ਕਿ ਅਗਰ ਕਿਸੇ ਸਰਕਿਟ 'ਚ ਪੋਟੈਂਸ਼ੀਅਲ ਡਿਫਰੈਂਸ ਨੂੰ ਆਪਾਂ ਫਿਕਸ ਕਰ ਦਈਏ, ਵੀ ਨੂੰ ਆਪਾਂ ਫਿਕਸ ਕਰਤਾ। ਹੁਣ ਗੱਲ ਕਰਦੇ ਹਾਂ ਆਰ ਦੀ। ਆਰ ਨੂੰ ਆਪਾਂ ਕੀ ਕਰਤਾ? ਡਬਲ ਕਰਤਾ। ਪਤਾ ਨਹੀਂ ਇੱਥੇ ਮੇਰੀ ਸਕਰੀਨ ਚੱਲਦੀ ਕਾ ਨਹੀਂ। ਡਬਲ ਮਤਲਬ 2 ਟਾਈਮਸ ਕਰਤਾ, ਤਾਂ ਲਿਖ ਦੇਣਾ 2 ਟਾਈਮਸ ਕਰਤਾ। ਤਾਂ ਦੱਸੋ ਕਰੰਟ 'ਤੇ ਕੀ ਫਰਕ ਪਏਗਾ? ਦੇਖੋ ਹੁਣ ਫਾਰਮੂਲਾ ਹੈ V ਇਜ਼ ਇਕੁਅਲ ਟੂ I ਇੰਟੂ R। ਇੱਥੋਂ I ਦੀ ਗੱਲ ਕੱਢੀਏ I ਆਏਗਾ V/R। ਹੁਣ ਅਗਰ ਪੋਟੈਂਸ਼ੀਅਲ ਸੇਮ ਹੈ, ਆ ਹੋ ਗਿਆ I1 ਕਰੰਟ। ਹੁਣ ਆਪਾਂ ਨਵਾਂ ਕਰੰਟ ਕੱਢਣਾ I2। ਉਹਨੇ ਕਿਹਾ V ਪੋਟੈਂਸ਼ੀਅਲ ਦਾ ਸੇਮ ਰੱਖਿਆ ਬਟ ਰੈਜ਼ਿਸਟੈਂਸ ਨੂੰ ਕੀ ਕਰਤਾ? ਡਬਲ। R ਦੀ ਜਗ੍ਹਾ ਕੀ ਹੋ ਗਈ? 2R। ਤਾਂ ਪਹਿਲਾ ਕਰੰਟ ਕਿੰਨਾ ਸੀ? V/R। ਹੁਣ ਕਿੰਨਾ ਹੋ ਗਿਆ? V/2R। ਇਹਦਾ ਮਤਲਬ ਕਰੰਟ ਕਿੰਨਾ ਹੋ ਗਿਆ? 1/2 ਟਾਈਮਸ V/R। ਇਹਦਾ ਮਤਲਬ ਹਾਫ ਹੋ ਗਿਆ। ਕੀ ਹੋ ਗਿਆ? ਹਾਫ। ਤਾਂ ਇਹਦਾ ਆਂਸਰ ਕੀ ਆਏਗਾ? ਹਾਫ। ਅਗਲਾ, ਕੀਪਿੰਗ ਦਾ ਪੋਟੈਂਸ਼ੀਅਲ ਡਿਫਰੈਂਸ ਕੌਨਸਟੈਂਟ ਦ ਰੈਜ਼ਿਸਟੈਂਸ ਆਫ ਸਰਕਿਟ ਇਜ਼ ਹਾਫ ਦ ਕਰੰਟ ਵਿਲ ਬਿਕਮ। ਸੇਮ ਕੁਐਸਚਨ, ਬਸ ਥੋੜ੍ਹਾ ਡਾਟਾ ਬਦਲਤਾ। ਇੱਥੇ ਆਪਾਂ ਕਰਦੇ ਹਾਂ ਇਹਨੂੰ। ਚਲੋ ਹੁਣ ਦੁਬਾਰਾ ਵੇਖੋ, ਮੰਨ ਲਓ ਪਹਿਲਾ ਕਰੰਟ ਸੀ I1, ਉਹਦਾ ਪੋਟੈਂਸ਼ੀਅਲ ਕਿੰਨਾ ਸੀ? V। ਰੈਜ਼ਿਸਟੈਂਸ ਕਿੰਨੀ ਸੀ? R। ਹੁਣ ਮੰਨ ਲਓ ਕਰੰਟ ਹੋ ਗਿਆ I2 ਕਰੰਟ ਮਤਲਬ ਨਵਾਂ ਕਰੰਟ ਆਪਾਂ ਉਹੀ ਕੱਢਣਾ। ਆਪਾਂ ਦੱਸਣਾ ਵੀ ਕਰੰਟ 'ਚ ਕਿੰਨਾ ਫਰਕ ਪਿਆ। ਉਹਨੇ ਕਿਹਾ ਪੋਟੈਂਸ਼ੀਅਲ ਡਿਫਰੈਂਸ ਇਜ਼ ਕੌਨਸਟੈਂਟ ਮਤਲਬ ਪਹਿਲਾਂ ਵੀ V ਸੀ ਹੁਣ ਵੀ V ਹੈ। ਰੈਜ਼ਿਸਟੈਂਸ ਹਾਫ ਹੋ ਗਈ। ਹੁਣ ਰੈਜ਼ਿਸਟੈਂਸ ਕਿੰਨੀ ਹੋ ਗਈ? R/2। ਨੰਬਰ 2 ਉੱਪਰ ਚਲਾ ਜਾਏਗਾ ਤਾਂ V/R ਇੰਟੂ 2। ਇਹਦਾ ਮਤਲਬ ਇਹ ਆਪਣਾ ਕਿਹੜਾ ਕਰੰਟ ਹੈ? V/R। ਇਹ ਆਪਣਾ ਪੁਰਾਣਾ ਕਰੰਟ ਹੈ ਜਿਹਦੀ ਆਪਾਂ ਵੈਲਿਊ ਕਿੰਨੀ ਰੱਖੀ? I1 ਇੰਟੂ 2। ਇਹਦਾ ਮਤਲਬ ਕਰੰਟ ਹੁਣ ਕਿੰਨਾ ਹੋ ਗਿਆ? 2 ਗੁਣਾ। ਕਿੰਨਾ ਹੋ ਗਿਆ? 2 ਗੁਣਾ। ਇਹਦਾ ਆਂਸਰ ਕੀ ਆਏਗਾ? ਡਬਲ। ਠੀਕ ਹੈ ਜੀ, ਚਲੋ ਅੱਗੇ ਕਰਦੇ ਹਾਂ। The heat produced by passing an electric current through a fixed resistor is proportional to square of। ਉਹ ਕਹਿੰਦੇ ਨੇ ਇੱਕ ਤਰ੍ਹਾਂ ਦਾ ਉਹ ਹੀਟ ਦਾ ਫਾਰਮੂਲਾ ਪੁੱਛਦੇ ਪਏ ਨੇ ਕਿ ਅਗਰ the heat produced by passing an electric current through a fixed resistor, ਅਗਰ ਉਹ ਕਹਿਣ ਕਿ ਰਜਿਸਟਰ ਫਿਕਸਡ ਕਰਤਾ ਤਾਂ ਦੱਸੋ ਹੀਟ ਕਿਹਦੇ ਪ੍ਰਪੋਰਸ਼ਨਲ ਹੋਏਗੀ? ਤਾਂ ਹੀਟ ਦਾ ਫਾਰਮੂਲਾ ਹੁੰਦਾ I²RT। ਇੱਥੇ I ਦਾ ਮਤਲਬ ਹੁੰਦਾ ਕਰੰਟ। ਇਹਦਾ ਮਤਲਬ ਹੀਟ ਇਜ਼ ਪ੍ਰਪੋਰਸ਼ਨਲ ਟੂ ਮੈਗਨੀਟਿਊਡ ਆਫ ਕਰੰਟ। ਇਹਦਾ ਕੀ ਆਂਸਰ ਆਏਗਾ? C ਆਪਸ਼ਨ। ਇਹਦਾ ਆਂਸਰ ਕੀ ਆਏਗਾ? C ਆਪਸ਼ਨ, ਮੈਗਨੀਟਿਊਡ ਆਫ ਕਰੰਟ। ਕਿਉਂਕਿ ਹੀਟ ਦੋ ਚੀਜ਼ਾਂ 'ਤੇ ਡਿਪੈਂਡ ਕਰਦੀ, ਕਰੰਟ ਅਤੇ ਰੈਜ਼ਿਸਟੈਂਸ। ਟਾਈਮ ਤੁਹਾਡੇ ਹੱਥ 'ਚ ਹੈ ਨਾ, ਇਸ ਕਰਕੇ ਹੀਟ ਡਿਪੈਂਡਸ ਔਨ ਸਕੁਆਇਰ ਆਫ ਕਰੰਟ ਐਂਡ ਰੈਜ਼ਿਸਟੈਂਸ। ਕਰੰਟ ਦੇ ਸਕੁਆਇਰ 'ਤੇ ਰੈਜ਼ਿਸਟੈਂਸ 'ਤੇ। ਠੀਕ ਹੈ ਜੀ, ਅੱਗੇ ਕਰਦੇ ਹਾਂ। The current passing through an electric kettle has been doubled. The heat produced is। ਮੈਨੂੰ ਸਾਈਡ 'ਤੇ ਸਮਝਦਾ ਆਪਾਂ ਤੇਰੇ ਕੋਲ। ਉਹ ਕਹਿੰਦੇ ਨੇ ਕਿ ਅਗਰ ਕਿਸੇ ਇਲੈਕਟ੍ਰਿਕ ਕੈਟਲ 'ਚੋਂ ਨਾ ਕੁਛ ਦੇਖੋ, the current passing through an electric kettle is doubled the heat produced। ਮੰਨ ਲਓ ਪਹਿਲਾਂ ਹੀਟ ਹੈਗੀ ਸੀ I²RT। ਹੁਣ ਕਹਿੰਦੇ ਕਰੰਟ ਡਬਲ ਕਰਤਾ ਮਤਲਬ I ਦੀ ਜਗ੍ਹਾ ਕਰੰਟ ਕਿੰਨਾ ਹੋ ਗਿਆ? 2I। ਇਹਦਾ ਸਕੁਆਇਰ ਕਰ ਦਿਓ R ਇੰਟੂ T। 2 ਦਾ ਸਕੁਆਇਰ ਕਿੰਨਾ ਹੁੰਦਾ? 4I ਦਾ ਸਕੁਆਇਰ I²RT। ਇਹ ਤਾਂ ਆਪਣੀ ਪੁਰਾਣੀ ਹੀਟ ਸੀ I²RT। ਹੁਣ ਨਵੀਂ ਹੀਟ ਕਿੰਨੀ ਹੋ ਗਈ? 4 ਗੁਣਾ। ਇਹਦਾ ਮਤਲਬ ਆਂਸਰ ਕੀ ਆਏਗਾ? 4 ਟਾਈਮਸ। C ਆਪਸ਼ਨ ਇਹਦਾ ਕਰੈਕਟ ਹੈ। ਅਗਲਾ ਕੁਐਸਚਨ, ਐਨ ਇਲੈਕਟ੍ਰਿਕ ਫਿਊਜ਼ ਵਰਕਸ ਔਨ ਕੈਮੀਕਲ ਇਫੈਕਟ ਆਫ ਕਰੰਟ, ਮੈਗਨੈਟਿਕ ਇਫੈਕਟ ਆਫ ਕਰੰਟ, ਲਾਈਟ ਇਫੈਕਟ ਆਫ ਕਰੰਟ ਜਾਂ ਹੀਟਿੰਗ ਇਫੈਕਟ ਆਫ ਕਰੰਟ। ਦੇਖੋ ਜਿਹੜਾ ਇਲੈਕਟ੍ਰਿਕ ਫਿਊਜ਼ ਪੁਰਾਣੇ ਜ਼ਮਾਨੇ ਦਾ ਸਿੰਪਲ ਉਹ ਕਹਿੰਦਾ ਸੀ ਮਤਲਬ ਇਸ ਤਰ੍ਹਾਂ ਦਾ
ਪਲੱਗ ਹੁੰਦਾ ਸੀ ਆਪਣੇ ਕੋਲ, ਇਹਦੇ ਵਿਚਕਾਰ ਇੱਕ ਤਾਰ ਲੱਗੀ ਹੁੰਦੀ ਸੀ ਤਾਰ। ਹੁਣ ਇਹ ਮੇਨ ਸਪਲਾਈ ਨਾਲ ਜੁੜਿਆ ਹੁੰਦਾ ਸੀ। ਹੁਣ ਮੰਨ ਲਓ ਇਹ ਤੋਂ ਕਰੰਟ ਜ਼ਿਆਦਾ ਆ ਗਿਆ, ਇਹ ਤਾਰ ਧਿਆਨ ਰੱਖਣਾ ਪਤਲੀ ਤਾਰ ਹੁੰਦੀ ਸੀ, ਬਹੁਤ ਹੀ ਪਤਲੀ ਤਾਰ ਹੁੰਦੀ ਸੀ। ਹੁਣ ਹੁੰਦਾ ਕਿ ਇਹਦਾ ਮੈਲਟਿੰਗ ਪੁਆਇੰਟ ਵੀ ਲੋ ਹੁੰਦਾ ਸੀ। ਜਦੋਂ ਕਰੰਟ ਵੱਧ ਜਾਂਦਾ ਸੀ ਨਾ, ਇਹ ਪਤਲੀ ਤਾਰ ਪਿਘਲ ਜਾਂਦੀ ਸੀ, ਕਿਉਂਕਿ ਆਪਾਂ ਹੁਣੇ ਪੜ੍ਹਿਆ ਹੀਟ ਦਾ ਫਾਰਮੂਲਾ, ਹੀਟ ਕਿਹਦੇ 'ਤੇ ਡਿਪੈਂਡ ਕਰਦਾ, I ਸਕੁਆਇਰ, ਕਰੰਟ ਦੇ ਸਕੁਆਇਰ 'ਤੇ। ਜਦੋਂ ਕਰੰਟ ਵੱਧਦਾ ਸੀ ਤਾਂ ਹੀਟ ਬਹੁਤ ਵੱਧ ਜਾਂਦੀ ਸੀ। ਹੀਟ ਮੰਨ ਲਓ ਕਰੰਟ 2 ਗੁਣਾ ਵਧੇਗਾ ਤਾਂ ਹੀਟ 4 ਗੁਣਾ ਵੱਧ ਜਾਂਦੀ ਸੀ। ਜੇ ਹੀਟ ਸੌਰੀ ਉਲਟਾ ਲਿਖਤਾ ਮੈਂ ਇੱਥੇ, ਜੇ ਕਰੰਟ 2 ਗੁਣਾ ਵਧੇਗਾ ਤਾਂ ਹੀਟ 4 ਗੁਣਾ ਵੱਧ ਜਾਂਦੀ ਸੀ। ਜੇ ਕਰੰਟ 3 ਗੁਣਾ ਵਧੇਗਾ ਤਾਂ ਹੀਟ 9 ਗੁਣਾ ਵੱਧ ਜਾਏਗਾ, ਤਾਂ ਸਕੁਆਇਰ ਵੱਧਦੀ ਸੀ। ਜਿਹਦੇ ਨਾਲ ਕੀ ਹੁੰਦਾ ਸੀ, ਤਾਰ ਜਿਵੇਂ ਹੀ ਕਰੰਟ ਵੱਧਦਾ ਸੀ ਅਤੇ ਤਾਰ 'ਤੇ ਹੀਟ ਬਹੁਤ ਜ਼ਿਆਦਾ ਹੁੰਦੀ ਸੀ ਤਾਂ ਤਾਰ ਪਿਘਲ ਜਾਂਦੀ ਸੀ ਅਤੇ ਟੁੱਟ ਜਾਂਦੀ ਸੀ। ਇਸ ਕਰਕੇ ਕਹਿੰਦੇ ਸੀ ਉਦੋਂ ਫਿਰ ਹੁੰਦਾ ਸੀ ਫਿਊਜ਼, ਕਹਿੰਦੇ ਤਾਰ ਮਤਲਬ ਕਹਿੰਦੇ ਫਿਊਜ਼ ਉੱਡ ਗਿਆ, ਇਹਦਾ ਮਤਲਬ ਹੁੰਦਾ ਸੀ ਜਿਹੜੀ ਵਿੱਚ ਤਾਰ ਟੁੱਟ ਗਈ। ਜਿਹੜੀ ਤਾਰ ਪਹਿਲਾਂ ਜੁੜੀ ਹੋਈ ਸੀ ਹੁਣ ਕਹਿੰਦੇ ਸੀ ਉਹਦੇ 2 ਟੁਕੜੇ ਹੋ ਜਾਂਦੇ ਸੀ, ਟੁੱਟ ਜਾਂਦੀ ਸੀ। ਜਿਹੜਾ ਇੱਧਰੋਂ ਕਰੰਟ ਆਉਂਦਾ ਪਿਆ ਉਹ ਆਪਣੇ ਘਰ ਜਾ ਨਹੀਂ ਪਾਉਂਦਾ ਸੀ, ਠੀਕ ਹੈ ਨਾ। ਇਸ ਕਰਕੇ ਇਹ ਕਹਿੰਦੇ ਡਿਪੈਂਡ ਕਰਦਾ ਹੈ ਹੀਟਿੰਗ ਇਫੈਕਟ ਆਫ ਕਰੰਟ 'ਤੇ ਆਪਣਾ ਫਿਊਜ਼ ਕੰਮ ਕਰਦਾ ਸੀ, ਠੀਕ ਹੈ ਜੀ। ਅਗਲਾ, the elements of electrical heating device are usually made of। ਜਿੰਨੇ ਵੀ ਆਪਾਂ ਇਲੈਕਟ੍ਰੀਕਲ ਹੀਟਿੰਗ ਡਿਵਾਈਸਿਸ ਨੇ ਜਿਹਦੇ 'ਚ ਮਤਲਬ ਹੀਟ ਦਾ ਕੰਮ ਕਰਨਾ, ਜਿਵੇਂ ਮੰਨ ਲਓ ਕੋਈ ਹੀਟਰ ਹੋ ਸਕਦਾ ਹੈ, ਗੀਜ਼ਰ ਹੋ ਸਕਦਾ ਹੈ, ਉਹ ਜ਼ਿਆਦਾਤਰ ਕਿਹੜੇ ਐਲੀਮੈਂਟਸ ਨਾਲ ਬਣਦੇ ਨੇ, ਤਾਂ ਨਿਕਰੋਮ ਨਾਲ ਬਣਦੇ ਨੇ। ਕਿਉਂ? ਕਿਉਂਕਿ ਨਿਕਰੋਮ ਦੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਹਾਈ ਹੁੰਦੀ ਹੈ। ਰੈਜ਼ਿਸਟੈਂਸ ਹਾਈ ਹੋਏਗੀ ਤਾਂ ਕਰੰਟ ਪਾਸ ਨਹੀਂ ਹੋਣ ਦੇਗਾ, ਰੈਜ਼ਿਸਟੈਂਸ ਹਾਈ ਹੋਣ ਕਰਕੇ ਕਰੰਟ ਪਾਸ ਨਹੀਂ ਹੋਏਗਾ, ਜਿਹਦੇ ਕਰਕੇ ਹੀਟ ਬਹੁਤ ਜ਼ਿਆਦਾ ਪੈਦਾ ਹੋਏਗੀ, ਕਿਉਂਕਿ ਹੀਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਰੈਜ਼ਿਸਟੈਂਸ। ਤਾਂ ਰੈਜ਼ਿਸਟੈਂਸ ਜ਼ਿਆਦਾ ਹੋਏਗੀ ਤਾਂ ਹੀਟ ਵੀ ਜ਼ਿਆਦਾ ਹੋਏਗੀ। ਅਗਲਾ, ਦ ਹੀਟ ਪ੍ਰੋਡਿਊਸਡ ਇਨ ਵਾਇਰ ਆਫ ਰੈਜ਼ਿਸਟੈਂਸ X। ਹੁਣ ਆਪਾਂ ਨੂੰ ਵਾਇਰ ਦੀ ਰੈਜ਼ਿਸਟੈਂਸ ਕਿੰਨੀ ਦੇ ਦਿੱਤੀ, X, ਐਂਡ ਕਰੰਟ I ਕਿੰਨਾ ਦੇ ਦਿੱਤਾ, Y, ਐਂਡ ਫਲੋਜ਼ ਥਰੂ ਇਟ ਫੋਰ ਟਾਈਮ T, ਟਾਈਮ Z, ਟਾਈਮ ਕਿੰਨਾ ਹੈ Z। ਦੱਸੋ ਹੀਟ ਕਿੰਨੀ? ਹੀਟ ਦਾ ਫਾਰਮੂਲਾ ਸੀ I ਸਕੁਆਇਰ RT। I ਕਿੰਨਾ ਹੈ, Y, ਆਂਸਰ ਆਏਗਾ Y ਸਕੁਆਇਰ, R ਕਿੰਨੀ ਹੈ X, ਅਤੇ ਟਾਈਮ ਕਿੰਨਾ ਹੈ Z। ਹੁਣ ਵੇਖੋ Y ਸਕੁਆਇਰ X Z ਕਿੱਥੇ ਲਿਖਿਆ, Y ਸਕੁਆਇਰ ਸਿਰਫ ਇੱਕ ਆਪਸ਼ਨ 'ਚ ਹੈ, I ਤੁਹਾਡਾ ਆਂਸਰ ਹੋਏਗਾ Y ਸਕੁਆਇਰ X Z, ਠੀਕ ਹੈ ਜੀ। ਅਗਲਾ, ਵਿਚ ਆਫ ਦਾ ਫੋਲੋਇੰਗ ਕਰੈਕਟਰਿਸਟਿਕਸ ਇਜ਼ ਨਾਟ ਸੂਟੇਬਲ ਫॉर ਅ ਫਿਊਜ਼ ਵਾਇਰ। ਫਿਊਜ਼ ਵਾਇਰ ਵਾਸਤੇ ਇਹਨਾਂ 'ਚੋਂ ਕਿਹੜਾ ਕਰੈਕਟਰਿਸਟਿਕਸ ਨਹੀਂ ਹੋਣਾ ਚਾਹੀਦਾ? ਦੇਖੋ ਜਿਹੜੀ ਵੀ ਫਿਊਜ਼ ਵਾਇਰ ਹੁੰਦੀ, 2-3 ਗੱਲਾਂ ਯਾਦ ਰੱਖਣੀਆਂ। ਇੱਕ ਤਾਂ ਇਹ ਮੋਟੀ ਨਹੀਂ ਹੋਣੀ ਚਾਹੀਦੀ, ਮੋਟੀ ਹੋਏਗਾ ਤਾਂ ਕੀ ਹੋਏਗਾ, ਪਿਘਲੇਗੀ ਨਹੀਂ ਔਰ ਟੁੱਟੇਗੀ ਹੀ ਨਹੀਂ, ਤਾਂ ਤੁਹਾਡੇ ਘਰ ਜ਼ਿਆਦਾ ਕਰੰਟ ਚਲਾ ਜਾਏਗਾ। ਮੰਨ ਲਓ ਫਿਊਜ਼ ਹੈ, ਫਿਊਜ਼ ਦੇ ਵਿੱਚ ਮੋਟੇ ਇੱਧਰ ਕਰੰਟ ਆ ਗਿਆ, ਤਾਂ ਕਰੰਟ ਨੇ ਤੁਹਾਡੇ ਘਰੇ ਜਾਣਾ, ਇਹ ਤੁਹਾਡਾ ਘਰ ਵਾਲਾ ਪਾਸਾ ਹੈ, ਇਹ ਤੋਂ ਕਰੰਟ ਜ਼ਿਆਦਾ ਆਇਆ, ਅਗਰ ਇਹ ਤਾਰ ਹੀ ਟੁੱਟੀ, ਜ਼ਿਆਦਾ ਕਰੰਟ ਤੁਹਾਡੇ ਘਰੇ ਚਲਾ ਗਿਆ, ਅੱਗੇ ਜਾ ਕੇ ਤੁਹਾਡੇ ਘਰੇ TV ਚੱਲਦਾ ਪਿਆ, ਫਰਿੱਜ ਚੱਲਦੀ ਪਈ, ਉਹ ਸਾਰੀ ਸੜ ਜਾਣਗੇ। ਤਾਂ ਤਾਰ ਹਮੇਸ਼ਾ ਕਿਹੜੀ ਹੋਣੀ ਚਾਹੀਦੀ, ਪਤਲੀ ਹੋਣੀ ਚਾਹੀਦੀ, ਤਾਰ ਕਿਹੜੀ ਹੋਣੀ ਚਾਹੀਦੀ, ਪਤਲੀ। ਤਾਂ ਇਹਦਾ ਮਤਲਬ ਇਹਦੇ 'ਚ ਨਾ ਦੇਖੋ ਪਹਿਲਾ ਆਪਸ਼ਨ ਬਿਲਕੁਲ ਸਹੀ ਹੈ, ਮਤਲਬ ਇਹ ਆਪਸ਼ਨ ਐਵੇਂ ਨਹੀਂ ਠੀਕ, ਮਤਲਬ ਇਹ ਆਪਸ਼ਨ ਠੀਕ ਹੈ ਕਿ ਫਿਊਜ਼ ਵਾਇਰ 'ਚ ਥਿਨ ਅਤੇ ਸ਼ੋਰਟ ਹੋਣੀ ਚਾਹੀਦੀ ਹੈ। ਇਹ ਕਹਿੰਦਾ ਮੈਲਟਿੰਗ ਪੁਆਇੰਟ ਵੀ ਲੋ ਹੋਣਾ ਚਾਹੀਦਾ, ਪਿਘਲ ਜਾਵੇ। ਮੰਨ ਲਓ ਇੱਥੇ ਹੀਟ ਆਈ, ਇਹ ਪਿਘਲੇ ਹੀ ਨਾ, ਇਹ ਕभी ਮੈਂ ਤਾਂ ਪਿਘਲਣਾ ਹੀ ਨਹੀਂ, ਫਿਰ ਵੀ ਕਰੰਟ ਅੰਦਰ ਚਲਾ ਜਾਏਗਾ, ਇਹ ਵੀ ਦਿੱਕਤ ਹੈ। ਅਤੇ ਤੀਸਰਾ ਇਹਦੀ ਰੈਜ਼ਿਸਟੈਂਸ, ਜਿਹੜੀ ਬਾਕੀ ਸਾਰੀ ਤਾਰਾਂ ਨੇ ਉਹਦੀ ਰੈਜ਼ਿਸਟੈਂਸ ਹਾਈ ਹੋਣੀ ਚਾਹੀਦੀ। ਇਹਦਾ ਮਤਲਬ ਇਹਦਾ ਆਂਸਰ ਕੀ ਬਣਦਾ ਹੈ ਕਿ ਆਹ ਆਪਸ਼ਨ ਗਲਤ ਹੈ, ਥਿਕ ਐਂਡ ਸ਼ੋਰਟ ਵਾਲਾ। ਥਿਕ ਮਤਲਬ ਹੁੰਦਾ ਮੋਟੀ ਵਾਇਰ, ਮੋਟੀ ਵਾਇਰ 'ਚ ਮੈਂ ਤੁਹਾਨੂੰ ਕਦੇ ਵੀ ਦੱਸਿਆ ਇਲੈਕਟ੍ਰਿਕ ਜਿਹੜੇ ਫਿਊਜ਼ ਦੀ ਵਾਇਰ ਹੈ ਕਦੇ ਵੀ ਮੋਟੀ ਨਹੀਂ ਹੋਣੀ ਚਾਹੀਦੀ। ਇਹਦਾ ਮਤਲਬ ਥਿਕ ਐਂਡ ਸ਼ੋਰਟ ਗਲਤ ਆਂਸਰ ਹੈ। ਅਗਲਾ, ਇਨ ਅ ਫਿਲਾਮੈਂਟ ਟਾਈਪ ਲਾਈਟ ਬਲਬ ਵਿਚ ਆਫ ਦਾ ਮੋਸਟ ਆਫ ਦਾ ਇਲੈਕਟ੍ਰਿਕ ਪਾਵਰ ਕੰਜ਼ਿਊਮਡ ਅਪੀਅਰ ਐਜ਼। ਦੇਖੋ ਜਿਹੜੇ ਆਪਣੇ ਘਰੇ ਅੱਜ ਕੱਲ੍ਹ ਤਾਂ ਚਲੋ LED ਲਾਈਟਸ ਆ ਗਏ, ਵਾਈਟ ਲਾਈਟ ਹੁੰਦੀਆਂ, ਜਿਹੜੀ ਪਹਿਲਾਂ ਆਪਾਂ ਹਾਲੇ ਵੀ ਆਉਂਦੇ ਨੇ ਕਈ ਯੈਲੋ ਬਲਬਸ ਆਉਂਦੇ ਸੀ ਨਾ, ਉਹਨਾਂ ਦੇ ਅੰਦਰ ਤਾਂ ਫਿਲਾਮੈਂਟ ਲੱਗੀ ਹੁੰਦੀ ਸੀ। ਉਹ ਹੁੰਦਾ ਕੀ ਸੀ, ਇਹਦੇ ਅੰਦਰ ਬਹੁਤ ਸਾਰੀ ਗੈਸ ਭਰੀ ਹੁੰਦੀ ਹੈ। ਇਹ ਫਿਲਾਮੈਂਟ ਦਾ ਕਿਹਦੇ ਨਾਲ ਬਣੀ ਹੁੰਦੀ ਹੈ, ਨਿਕਰੋਮ ਨਾਲ ਬਣੀ ਹੁੰਦੀ ਹੈ। ਜਦੋਂ ਉਹਦੇ 'ਚੋਂ ਕਰੰਟ ਆਉਂਦਾ ਸੀ ਤਾਂ ਨਿਕਰੋਮ ਦੀ ਦੱਸਿਆ ਰੈਜ਼ਿਸਟੈਂਸ ਹਾਈ ਹੈ, ਉਹ ਕੀ ਕਰਦੇ ਸੀ, ਇਹਦੇ 'ਚ ਹੀਟ ਪ੍ਰੋਡਿਊਸ ਕਰਦਾ ਸੀ। ਹੀਟ ਪ੍ਰੋਡਿਊਸ ਕਰਨ ਕਰਕੇ ਇਹ ਗਲੋ ਕਰਨ ਲੱਗ ਜਾਂਦੀ ਸੀ, ਇੱਕ ਗੈਸ ਹੈ ਨਾ ਗਲੋ ਕਰਦੀ ਸੀ ਹੀਟ ਨਾਲ, ਤਾਂ ਆਪਾਂ ਨੂੰ ਬਲਬ ਜਗਦਾ ਵਿਖਦਾ ਸੀ। ਹੁਣ ਉਹ ਪੁੱਛਦੇ ਨੇ ਕਿ ਜਿਹੜੀ ਫਿਲਾਮੈਂਟ ਹੈ ਉਹ ਕਿਹੜੀ ਰੇਜ਼ ਕੱਢਦੀ ਹੈ, ਉਹ ਫਿਲਾਮੈਂਟ ਹੀਟ ਕੱਢਦੀ ਹੈ, ਹੀਟ ਨੂੰ ਆਪਾਂ ਕਹਿੰਦੇ ਇਨਫਰਾਰੈਡ ਰੇਜ਼। ਇਹ ਕੁਐਸਚਨ ਮੈਨੂੰ ਪਤਾ 99% ਲੋਕ ਜਿਹੜੇ ਸਾਇੰਸ ਬੈਕਗਰਾਊਂਡ ਤੋਂ ਨਹੀਂ ਹੈਗੇ ਉਹਨਾਂ ਨੇ ਵਿਜ਼ੀਬਲ ਲਾਈਟ ਲਾਉਣੀ ਸੀ ਕਿ ਰੋਸ਼ਨੀ ਕੱਢਦੀ ਹੈ, ਰੋਸ਼ਨੀ ਨਹੀਂ ਕੱਢਦੀ, ਉਹ ਹੀਟ ਕੱਢਦੀ ਹੈ। ਉਹ ਉਸ ਤੋਂ ਬਾਅਦ ਗੈਸ ਹੀਟ ਹੁੰਦੀ ਹੈ, ਜਦੋਂ ਗੈਸ ਹੀਟ ਹੁੰਦੀ ਹੈ ਨਾ, ਗੈਸ ਦਾ ਕਰੈਕਟਰਿਸਟਿਕਸ ਹੁੰਦਾ ਜਿਹੜੀ ਇਹਦੇ 'ਚ ਗੈਸ ਪਾਉਂਦੇ ਹਾਂ ਕਿ ਹੀਟ ਨਾਲੋਂ ਲਾਈਟ ਪ੍ਰੋਡਿਊਸ ਕਰਦੀ ਹੈ, ਠੀਕ ਹੈ ਜੀ। ਤਾਂ ਆਂਸਰ ਕੀ ਆਏਗਾ, ਯਾਦ ਰੱਖਣਾ ਇਨਫਰਾਰੈਡ ਰੇਜ਼। ਵਿਚ ਆਫ ਦ ਫੋਲੋਇੰਗ ਇਜ਼ ਮੋਸਟ ਲਾਈਕਲੀ ਟੈਂਪਰੇਚਰ ਆਫ ਫਿਲਾਮੈਂਟ ਆਫ ਇਲੈਕਟ੍ਰਿਕ ਲਾਈਟ ਬਲਬ। ਤੁਹਾਨੂੰ ਹੁਣੇ ਦੱਸਿਆ ਮੈਂ ਕਿ ਜਿਹੜਾ ਬਲਬ ਹੁੰਦਾ ਹੈ ਉਹ ਹੀਟ ਹੁੰਦਾ, ਇਹਦਾ ਮਤਲਬ ਜਿਹੜਾ ਬਲਬ ਦੇ ਅੰਦਰ ਫਿਲਾਮੈਂਟ ਹੋਏਗੀ ਉਹਦਾ ਟੈਂਪਰੇਚਰ ਵੀ ਹਾਈ ਹੋਏਗਾ। ਇਹਦੇ 'ਚ ਬਲਬ ਹੈ, ਬਲਬ 'ਚ ਇੱਕ ਫਿਲਾਮੈਂਟ ਲੱਗੀ ਹੁੰਦੀ ਹੈ ਨਾ। ਦੁਬਾਰਾ ਹੁਣ ਆਦੇ ਨਾ ਗੰਦਾ ਜਿਹਾ ਬਲਬ ਬਣਾਇਆ, ਆਪਣਾ ਬਲਬ ਹੈ,
ਇਹਦੇ ਅੰਦਰ ਇੱਕ ਛੋਟੀ ਜਿਹੀ ਫਿਲਾਮੈਂਟ ਲੱਗਣੀ ਜਿੱਥੋਂ ਪਤਾ ਕਰਨਾ ਬਲਬ ਸੜ ਗਿਆ ਕਿ ਨਹੀਂ ਸੜ ਗਿਆ। ਤਾਂ ਇਹਦਾ ਟੈਂਪਰੇਚਰ ਬਹੁਤ ਹਾਈ ਹੁੰਦਾ, ਇਹਦਾ ਟੈਂਪਰੇਚਰ ਹੁੰਦਾ ਅਪਰੋਕਸੀਮੇਟਲੀ 2500 ਡਿਗਰੀ, ਵੈਸੇ ਇਹਦੇ ਤੋਂ ਜ਼ਿਆਦਾ ਹੀ ਹੁੰਦਾ 2500 ਡਿਗਰੀ ਸੈਲਸੀਅਸ ਤੋਂ ਜ਼ਿਆਦਾ। ਇਹਦਾ ਆਂਸਰ ਕੀ ਆਏਗਾ 2500 ਡਿਗਰੀ ਸੈਲਸੀਅਸ। ਇੰਪੋਰਟੈਂਟ ਕੁਐਸਚਨ ਹੈ, ਵੈਰੀ ਇੰਪੋਰਟੈਂਟ ਕੁਐਸਚਨ, ਯਾਦ ਰੱਖਣਾ। ਅਗਲਾ ਇਹ ਕੁਐਸਚਨ ਤਾਂ ਪਹਿਲਾਂ ਵੀ ਕੀਤੇ ਸੇਮ ਟੂ ਸੇਮ ਹੋ ਗਿਆ, ਥੋੜ੍ਹਾ ਜਿਹਾ ਬਦਲ ਕੇ ਬਸ। ਇਫ ਦਾ ਕਰੰਟ ਫਲੋਇੰਗ ਥਰੂ ਅ ਫਿਕਸਡ ਰਜਿਸਟਰ ਇਜ਼ ਹਾਫ ਦਾ ਹੀਟ ਪ੍ਰੋਡਿਊਸਡ ਇਜ਼। ਹੁਣ ਮੰਨ ਲਓ ਪਹਿਲਾਂ ਆਪਣੀ ਹੀਟ ਸੀ H, ਇੱਕ ਮਿੰਟ, ਪਹਿਲਾਂ ਆਪਣੀ ਹੀਟ ਸੀ H, ਤਾਂ ਕਰੰਟ ਕਿੰਨਾ ਸੀ I² RT। ਉਹਨਾਂ ਨੇ ਕਹਿ ਤਾ ਕਿ ਕਰੰਟ ਹਾਫ ਹੋ ਗਿਆ, ਮਤਲਬ ਨਵਾਂ ਜਿਹੜਾ ਕਰੰਟ ਹੈ ਉਹ I/2 ਹੋ ਗਿਆ, I/2² RT। I ਦਾ ਸਕੁਆਇਰ I², 2 ਦਾ ਸਕੁਆਇਰ 4RT। ਇਹ ਤਾਂ ਆਪਣੀ ਪਹਿਲੀ ਵਾਲੀ ਹੀਟ ਹੈ I² RT, ਹੈ ਨਾ। ਇਹਦਾ ਮਤਲਬ ਜਿਹੜੀ ਨਵਾਂ ਹੀਟ ਹੈ ਉਹ ਪੁਰਾਣੀ ਹੀਟ ਦੇ ਕਿੰਨੇ ਗੁਣਾ ਹੈ 1/4 ਟਾਈਮਸ। ਸੌਰੀ, ਜਿਹੜੀ ਨਵੀਂ ਹੀਟ ਆਈ ਸੀ ਉਹ ਪੁਰਾਣੀ ਹੀਟ ਬਾਈ 4 ਆਈ ਸੀ ਨਾ, ਤਾਂ ਨੰਬਰ 1/4 ਟਾਈਮਸ, 1/4। ਇਹਦਾ ਆਂਸਰ ਕੀ ਹੋਏਗਾ 1/4। ਸਮਝ ਆ ਗਿਆ ਜੀ। ਤਾਂ ਇਹ ਕੁਛ ਇੰਪੋਰਟੈਂਟ ਕੁਐਸਚਨ ਸੀ ਜਿਹੜੇ ਫਸਟ ਚੈਪਟਰ ਦੇ ਸੀ, ਹੋਰ ਵੀ ਹੈਗੇ ਨੇ ਪਰ ਮੇਰੇ ਅਸੀਂ ਇੰਪੋਰਟੈਂਟ ਸੋਲਵ ਕਰਦਾ ਜਿਹੜੇ ਜ਼ਿਆਦਾ ਟਾਈਮ ਨਾ ਲੈਂਦੇ ਹੋਣ। ਅਸੀਂ ਮੈਂ ਨੂਮੈਰੀਕਲ ਨਹੀਂ ਕਰਾਏ, ਸਿਰਫ ਥਿਓਰੈਟੀਕਲ ਕਰਾਏ ਨੇ, ਕਿਉਂਕਿ ਨੂਮੈਰੀਕਲ ਸਮਝਾਉਣ 'ਤੇ ਬਹੁਤ ਟਾਈਮ ਲੱਗੇਗਾ ਅਤੇ ਹੁਣ ਲਾਸਟ ਮੂਮੈਂਟ 'ਤੇ ਨੂਮੈਰੀਕਲ ਸਮਝਾਉਣ ਦਾ ਟਾਈਮ ਵੇਸਟ ਕਰਨਾ ਵੀ ਨਹੀਂ ਚਾਹੀਦਾ, ਤਾਂ ਇਸ ਕਰਕੇ ਮੈਂ ਇਹ ਵੀਡੀਓ ਬਣਾਈ। ਹਾਂ ਜੀ, ਮੈਂ ਬਾਕੀ ਪਾਰਟਸ ਵੀ ਅਪਲੋਡ ਕਰ ਦਾਂਗਾ, ਅਗਰ ਤੁਸੀਂ ਕਹੋ, ਅਗਰ ਤੁਹਾਨੂੰ ਠੀਕ ਲੱਗਣ ਤਾਂ ਪਲੀਜ਼ ਕਮੈਂਟ ਸੈਕਸ਼ਨ 'ਚ ਦੱਸਿਆ ਜੀ। ਅਗਰ ਤੁਹਾਨੂੰ ਚੰਗਾ ਲੱਗੇ ਤਾਂ ਚੈਨਲ ਸਬਸਕ੍ਰਾਈਬ ਕਰਿਆ ਜੀ। ਸਾਡੇ ਇਸ ਚੈਨਲ 'ਤੇ ਇੱਕ ਹੋਰ ਪਲੇਲਿਸਟ ਪਈ ਹੈ ਜਿਹਦੇ ਅਸੀਂ ਬਾਇਓਲੋਜੀ ਐਕਸਪਲੇਨ ਕੀਤੀ ਹੈ, ਉਹ ਜ਼ਰੂਰ ਪੜ੍ਹ ਕੇ ਜਾਇਆ ਜੀ। ਜਿਹੜੇ ਬੱਚੇ ਉਹ 66-35 'ਚ ਪੜ੍ਹ ਕੇ ਉਹ ਸਾਰਿਆਂ ਦੇ ਅੱਛੇ ਨੰਬਰ ਆਏ ਸੀ ਸਾਇੰਸ 'ਚ।